मैं पिछले अद्धे घंटे तो उस सुर्ख गुलाब वर्गी कुड़ी नूं देख रहा सी जिसने बहुत सोहना सूट पाया होया सी। ਉਹ ਬਿਲਕੁਲ ਹੀ ਗੁਲਾਬ ਦਾ ਫੁੱਲ ਲੱਗ ਰਹੀ ਸੀ। ਆਪਣੇ ਲੰਮੇ ਕੱਦ ਅਤੇ ਖੂਬਸੂਰਤ ਚਿਹਰੇ ਦੇ ਨਾਲ ਉਹ ਹਿਰਨੀ ਵਰਗੀਆਂ ਅੱਖਾਂ ਵਾਲੀ ਜਿਵੇਂ ਕੋਈ ਕਿਆਮਤ ਸੀ। ਮੇਰੀ ਉਮਰ 21 ਸਾਲ ਸੀ ਅਤੇ ਅੱਜ ਮੇਰੇ ਵੱਡੇ ਭਾਈ ਦਾ ਵਿਆਹ ਸੀ। ਮੇਰੀ ਭਾਬੀ ਵਿਦਾ ਹੋ ਕੇ ਘਰ ਆ ਗਈ ਸੀ, ਪਰ ਇੱਕ ਕੁੜੀ ਸੀ ਜੋ ਭਾਬੀ ਦੇ ਨਾਲ ਹੀ ਸੀ। ਇਸ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਆਸਮਾਨ ਤੋਂ ਕੋਈ ਪਰੀ ਉਤਰ ਕੇ ਆ ਗਈ ਹੋਵੇ। ਮੈਂ ਉਸਦੇ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾ ਰਿਹਾ ਸੀ। ਸਿਰਫ ਮੈਂ ਹੀ ਨਹੀਂ, ਜੋ ਵੀ ਉਸ ਨੂੰ ਦੇਖਦਾ ਤਾਂ ਦੇਖਦਾ ਹੀ ਰਹਿ ਜਾਂਦਾ। ਪੁੱਛਣ ਤੇ ਪਤਾ ਲੱਗਾ ਕਿ ਉਹ ਮੇਰੀ ਭਾਬੀ ਦੀ ਛੋਟੀ ਭੈਣ ਹੈ ਅਤੇ ਉਸਦਾ ਨਾਮ ਰੀਨਾ ਹੈ। ਇਹ ਸੁਣ ਕੇ ਮੈਨੂੰ ਹੈਰਾਨੀ ਹੋਈ। ਮਤਲਬ ਇੰਨੀ ਸੋਹਣੀ ਕੁੜੀ ਨਾਲ ਹੁਣ ਮੇਰਾ ਸਾਹਮਣਾ ਹੁੰਦਾ ਹੀ ਰਹੇਗਾ। ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਹੂਰ ਪਰੀ ਤਾਂ ਹੁਣ ਹਮੇਸ਼ਾ ਲਈ ਮੇਰੇ ਘਰ ਵਿੱਚ ਹੀ ਰਹਿਣ ਲਈ ਆ ਗਈ ਸੀ। ਜਦੋਂ ਵਿਆਹ ਦਾ ਰੌਲਾ ਰੱਪਾ ਖਤਮ ਹੋਇਆ ਅਤੇ ਮਹਿਮਾਨ ਆਪਣੇ ਘਰਾਂ ਨੂੰ ਵਾਪਸ ਜਾਣ ਲੱਗੇ ਤਾਂ ਮੈਂ ਦੇਖਿਆ ਕਿ ਉਹ ਕੁੜੀ ਘਰ ਵਿੱਚ ਹੀ ਮੌਜੂਦ ਹੈ, ਮਤਲਬ ਕਿ ਮੇਰੇ ਘਰ ਵਿੱਚ ਹੀ। ਮੈਂ ਆਪਣੀ ਮੰਮੀ ਤੋਂ ਪੁੱਛਿਆ ਤਾਂ ਮੰਮੀ ਨੇ ਦੱਸਿਆ ਕਿ ਰੀਨਾ ਹੁਣ ਇੱਥੇ ਹੀ ਰਹੇਗੀ। ਇਹ ਸੁਣ ਕੇ ਤਾਂ ਮੇਰਾ ਦਿਲ ਬਾਗੋ ਬਾਗ ਹੋ ਗਿਆ। ਮੈਂ ਬਹੁਤ ਖੁਸ਼ ਸੀ ਕਿ ਹੁਣ ਉਸ ਸੋਹਣੀ ਕੁੜੀ ਦਾ ਦੀਦਾਰ ਮੈਨੂੰ ਰੋਜ਼ ਹੁੰਦਾ ਰਹੇਗਾ। ਮੇਰੀ ਉਮਰ ਹੀ ਅਜਿਹੀ ਸੀ। ਇਸ ਉਮਰ ਵਿੱਚ ਅਜਿਹੇ ਜਜ਼ਬਾਤਾਂ ਦਾ ਉਭਰਨਾ ਲਾਜ਼ਮੀ ਸੀ। ਉਹ ਜਿੰਨੀ ਸੋਹਣੀ ਸੀ ਓਨੀ ਹੀ ਮਾਸੂਮ ਵੀ ਲੱਗ ਰਹੀ ਸੀ। ਮੇਰੀ ਮੰਮੀ ਨੇ ਦੱਸਿਆ ਕਿ ਮੇਰੀ ਭਾਬੀ ਦਾ ਕੋਈ ਨਹੀਂ ਹੈ। ਇਹ ਦੋਵੇਂ ਭੈਣਾਂ ਆਪਣੇ ਮਾਮੇ ਦੇ ਘਰ ਰਹਿੰਦੀਆਂ ਸਨ, ਪਰ ਤੇਰੀ ਭਾਬੀ ਦੀ ਇੱਛਾ ਸੀ ਕਿ ਉਸਦੀ ਛੋਟੀ ਭੈਣ ਵੀ ਵਿਆਹ ਤੋਂ ਬਾਅਦ ਉਸਦੇ ਨਾਲ ਹੀ ਰਹੇਗੀ। ਮੈਨੂੰ ਇਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਈ। ਦੋਨੋਂ ਬਹੁਤ ਚੰਗੀਆਂ ਕੁੜੀਆਂ ਹਨ, ਇਸ ਲਈ ਮੈਂ ਹਾਂ ਕਰ ਦਿੱਤੀ। ਆਪਣੀ ਮੰਮੀ ਤੋਂ ਮੈਨੂੰ ਇਸੇ ਤਰ੍ਹਾਂ ਦੇ ਜਵਾਬ ਦੀ ਉਮੀਦ ਸੀ। ਉਹ ਨਰਮ ਦਿਲ ਦੀ ਔਰਤ ਸੀ। ਮੰਮੀ ਨੂੰ ਸ਼ਾਇਦ ਇਹ ਗੱਲ ਅਜੀਬ ਨਹੀਂ ਲੱਗ ਰਹੀ ਸੀ, ਪਰ ਮੈਨੂੰ ਇਹ ਗੱਲ ਬਹੁਤ ਅਜੀਬ ਲੱਗ ਰਹੀ ਸੀ। ਉਸਦੇ ਇੱਥੇ ਰਹਿਣ ਦੀ ਗੱਲ ਸੁਣ ਕੇ ਮੈਨੂੰ ਖੁਸ਼ੀ ਹੋਈ ਸੀ, ਪਰ ਫਿਰ ਵੀ ਮੈਨੂੰ ਕੁਝ ਅਜੀਬ ਲੱਗ ਰਿਹਾ ਸੀ ਕਿ ਇੱਕ ਜਵਾਨ ਕੁੜੀ ਜੋ ਕਿ ਸਾਡੇ ਲਈ ਬਿਲਕੁਲ ਅਜਨਬੀ ਸੀ, ਉਹ ਸਾਡੇ ਘਰ ਵਿੱਚ ਰਹਿਣ ਲਈ ਆ ਗਈ। ਹਾਲਾਂਕਿ ਉਸਦੇ ਲਈ ਉਸਦੇ ਮਾਮੇ ਦਾ ਘਰ ਜ਼ਿਆਦਾ ਮਹਿਫੂਜ਼ ਸੀ। ਖੈਰ, ਮੈਂ ਸੋਚਿਆ ਕਿ ਉਹਨਾਂ ਦਾ ਆਪਸ ਦਾ ਮਾਮਲਾ ਹੈ। ਇਸ ਤਰ੍ਹਾਂ ਉਹ ਕੁੜੀ ਸਾਡੇ ਘਰ ਰਹਿਣ ਲੱਗੀ ਅਤੇ ਮੇਰਾ ਭਾਈ ਜੱਸੀ ਬਹੁਤ ਖੁਸ਼ ਨਜ਼ਰ ਆਉਣ ਲੱਗਾ ਸੀ। ਅਜੀਬ ਗੱਲ ਇਹ ਸੀ ਕਿ ਉਹ ਆਪਣੀ ਪਤਨੀ ਨਾਲੋਂ ਜ਼ਿਆਦਾ ਸਮਾਂ ਆਪਣੀ ਸਾਲੀ ਨਾਲ ਬਤੀਤ ਕਰਦਾ ਸੀ। ਵੀਰ ਅਤੇ ਭਾਬੀ ਜੇਕਰ ਕਿਤੇ ਬਾਹਰ ਜਾਂਦੇ ਤਾਂ ਰੀਨਾ ਇੱਕਦਮ ਤਿਆਰ ਹੋ ਕੇ ਉਹਨਾਂ ਨਾਲ ਚਲੀ ਜਾਂਦੀ। ਨਾ ਭਾਈ ਨੂੰ ਕੋਈ ਇਤਰਾਜ਼ ਹੁੰਦਾ ਅਤੇ ਨਾ ਹੀ ਭਾਬੀ ਨੂੰ। ਭਾਬੀ ਨੂੰ ਤਾਂ ਇਸ ਲਈ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹ ਉਸਦੀ ਸਕੀ ਭੈਣ ਸੀ। ਇਹ ਗੱਲ ਤਾਂ ਸਮਝ ਵਿੱਚ ਆਉਂਦੀ ਸੀ, ਪਰ ਵੀਰੇ ਨੂੰ ਤਾਂ ਇਤਰਾਜ਼ ਹੋਣਾ ਚਾਹੀਦਾ ਸੀ ਨਾ। ਵੀਰੇ ਦਾ ਨਵਾਂ ਵਿਆਹ ਹੋਇਆ ਸੀ ਅਤੇ ਉਸਨੂੰ ਆਪਣੀ ਪਤਨੀ ਦੇ ਨਾਲ ਸਮਾਂ ਗੁਜ਼ਾਰਨ ਲਈ ਵਕਤ ਚਾਹੀਦਾ ਸੀ, ਪਰ ਉਹ ਕੁੜੀ ਤਾਂ ਇਹਨਾਂ ਦੋਵਾਂ ਨਾਲ ਪਰਛਾਵੇਂ ਦੀ ਤਰ੍ਹਾਂ ਚਿਪਕ ਕੇ ਰਹਿ ਰਹੀ ਸੀ। ਭਾਬੀ ਨੂੰ ਇਸ ਘਰ ਵਿੱਚ ਆਏ ਹੋਏ 1 ਹਫ਼ਤਾ ਹੋ ਚੁੱਕਿਆ ਸੀ। ਮੈਂ ਉਹਨਾਂ ਦੀ ਭੈਣ ਨੂੰ ਜਿੰਨੀ ਮਾਸੂਮ ਸਮਝ ਰਿਹਾ ਸੀ, ਉਹ ਇੰਨੀ ਮਾਸੂਮ ਹੈ ਨਹੀਂ ਸੀ। ਮੈਨੂੰ ਹੌਲੀ-ਹੌਲੀ ਅੰਦਾਜ਼ਾ ਹੁੰਦਾ ਜਾ ਰਿਹਾ ਸੀ। ਉਹ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਸੀ, ਬਸ ਮੇਰੀਆਂ ਅੱਖਾਂ ਵਿੱਚ ਦੇਖਦੀ ਰਹਿੰਦੀ ਸੀ, ਉਹ ਵੀ ਅਜੀਬ ਜਿਹੀਆਂ ਨਜ਼ਰਾਂ ਨਾਲ। ਅਤੇ ਜਦੋਂ ਮੈਂ ਉਸ ਵੱਲ ਦੇਖਦਾ ਤਾਂ ਉਹ ਦੂਜੇ ਪਾਸੇ ਮੂੰਹ ਕਰ ਲੈਂਦੀ ਸੀ, ਇੱਕਦਮ ਅਜਨਬੀ ਬਣ ਜਾਂਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਕੁੜੀ ਨੂੰ ਮੇਰੇ ਤੋਂ ਕੀ ਪਰੇਸ਼ਾਨੀ ਸੀ, ਪਰ ਕੋਈ ਨਾ ਕੋਈ ਪਰੇਸ਼ਾਨੀ ਤਾਂ ਉਸ ਨੂੰ ਮੇਰੇ ਤੋਂ ਜ਼ਰੂਰ ਸੀ, ਕਿਉਂਕਿ ਉਹ ਮੈਨੂੰ ਪਿਆਰ ਵਾਲੀਆਂ ਨਹੀਂ ਬਲਕਿ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਦੀ ਸੀ। ਜੇਕਰ ਉਹ ਬਹੁਤ ਸੋਹਣੀ ਸੁਨੱਖੀ ਸੀ ਤਾਂ ਮੈਂ ਵੀ ਕੁਝ ਘੱਟ ਨਹੀਂ ਸੀ। ਮੈਨੂੰ ਵੀ ਕੁੜੀਆਂ ਮੁੜ ਕੇ ਦੇਖਦੀਆਂ ਸਨ, ਪਰ ਉਸ ਕੁੜੀ ਦੀਆਂ ਨਜ਼ਰਾਂ ਵਿੱਚ ਕੁਝ ਅਜੀਬ ਗੱਲ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਿਹਾ ਸੀ। ਗੱਲ ਸਿਰਫ ਇੱਥੇ ਤੱਕ ਹੀ ਨਹੀਂ ਰਹੀ। ਉਸ ਕੁੜੀ ਨੇ ਕਿਹਾ ਕਿ ਇਕੱਲੀ ਸੌਂਦੇ ਹੋਏ ਉਸ ਨੂੰ ਡਰ ਲੱਗਦਾ ਹੈ, ਇਸ ਲਈ ਉਸਨੇ ਭਾਬੀ ਨਾਲ ਸੌਣਾ ਹੈ ਅਤੇ ਭਾਬੀ ਨੇ ਵੀ ਖੁਸ਼ੀ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਦੀ ਇਜਾਜ਼ਤ ਦੇ ਦਿੱਤੀ। ਨਾ ਸਿਰਫ ਭਾਬੀ ਨੇ ਬਲਕਿ ਭਾਈ ਨੇ ਵੀ ਕੁਝ ਨਹੀਂ ਕਿਹਾ। ਇਸ ਗੱਲ ਨੇ ਮੈਨੂੰ ਹੋਰ ਵੀ ਪਰੇਸ਼ਾਨੀ ਵਿੱਚ ਪਾ ਦਿੱਤਾ ਸੀ। ਮੇਰੇ ਘਰ ਵਿੱਚ ਇਹ ਸਭ ਕੁਝ ਕੀ ਹੋ ਰਿਹਾ ਸੀ? ਉਹ ਸਾਰਾ ਦਿਨ ਉਹਨਾਂ ਦੇ ਨਾਲ ਰਹਿੰਦੀ ਸੀ, ਇਹ ਗੱਲ ਤਾਂ ਸਮਝ ਵਿੱਚ ਆਉਂਦੀ ਸੀ। ਬਾਹਰ ਹਰ ਜਗ੍ਹਾ ਉਹਨਾਂ ਦੇ ਨਾਲ ਜਾਣਾ, ਹਰ ਵੇਲੇ ਭਾਈ ਨਾਲ ਹਾਸਾ ਮਜ਼ਾਕ ਕਰਨਾ, ਬਿਨਾਂ ਵਜ੍ਹਾ ਫਰਮਾਇਸ਼ਾਂ ਕਰਨਾ, ਇਹ ਸਭ ਨਜ਼ਰਅੰਦਾਜ਼ ਕੀਤਾ ਜਾ ਸਕਦਾ ਸੀ। ਪਰ ਅੱਜ ਮੈਡਮ ਨੇ ਜੋ ਫਰਮਾਇਸ਼ ਕੀਤੀ ਸੀ ਉਸ ਨੂੰ ਸੁਣ ਕੇ ਤਾਂ ਮੈਨੂੰ ਚੱਕਰ ਆਉਣ ਲੱਗ ਪਏ। ਇੱਕ ਨਵੇਂ ਵਿਆਹੇ ਜੋੜੇ ਦੇ ਨਾਲ ਸੌਣ ਦੀ ਭਲਾ ਕੀ ਤੁੱਕ ਬਣਦੀ ਸੀ ਅਤੇ ਇਸ ਗੱਲ ਦਾ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਸੀ। ਮੈਂ ਇਸ ਗੱਲ ਤੋਂ ਹੈਰਾਨ ਸੀ
ਮੈਨੂੰ ਉਹ ਕੁੜੀ ਹੁਣ ਬਹੁਤ ਅਜੀਬ ਲੱਗਣ ਲੱਗੀ ਸੀ। ਸ਼ੁਰੂ ਵਿੱਚ ਮੈਂ ਉਸਦੇ ਜ਼ਹਿਰੀਲੇ ਹੁਸਨ ਵਿੱਚ ਖੋ ਗਿਆ ਸੀ, ਪਰ ਹੁਣ ਜਿਵੇਂ-ਜਿਵੇਂ ਉਸਦੀ ਅਸਲੀਅਤ ਸਾਹਮਣੇ ਆ ਰਹੀ ਸੀ, ਮੈਨੂੰ ਉਸ ਤੋਂ ਨਫ਼ਰਤ ਹੋਣ ਲੱਗੀ ਸੀ। ਐਨੀ ਛੋਟੀ ਬੱਚੀ ਵੀ ਨਹੀਂ ਸੀ ਉਹ, ਜਿੰਨਾ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੇ ਘਰ ਵਾਲੇ ਬਹੁਤ ਹੀ ਸ਼ਰੀਫ ਇਨਸਾਨ ਸਨ, ਪਰ ਮੈਂ ਅਜਿਹਾ ਬਿਲਕੁਲ ਵੀ ਨਹੀਂ ਸੀ। ਉਹ ਕੁੜੀ ਦੂਜਿਆਂ ਨੂੰ ਬੇਵਕੂਫ ਬਣਾ ਸਕਦੀ ਸੀ, ਪਰ ਮੈਨੂੰ ਨਹੀਂ। ਜਲਦੀ ਹੀ ਮੇਰੀ ਸਮਝ ਵਿੱਚ ਆ ਗਿਆ ਕਿ ਉਸ ਦਾ ਇਸ ਘਰ ਵਿੱਚ ਆਉਣ ਦਾ ਜ਼ਰੂਰ ਕੋਈ ਖਾਸ ਮਕਸਦ ਹੈ। ਉਹ ਬਿਨਾਂ ਵਜ੍ਹਾ ਇਸ ਘਰ ਵਿੱਚ ਨਹੀਂ ਆਈ ਹੈ। ਉਹ ਚਾਹੁੰਦੀ ਤਾਂ ਆਪਣੇ ਮਾਮੇ ਦੇ ਘਰ ਵੀ ਰਹਿ ਸਕਦੀ ਸੀ। ਆਖਿਰ ਕਿਵੇਂ ਇਸ ਕੁੜੀ ਨੇ ਮੇਰੇ ਘਰ ਵਾਲਿਆਂ ਨੂੰ ਬੇਵਕੂਫ ਬਣਾਇਆ। ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਕਿੰਨੀ ਚਲਾਕ ਕੁੜੀ ਹੈ, ਅਤੇ ਸ਼ਾਇਦ ਉਹ ਵੀ ਪਹਿਚਾਣ ਗਈ ਸੀ ਕਿ ਮੈਂ ਉਸਦੀ ਅਸਲੀਅਤ ਜਾਣ ਚੁੱਕਾ ਹਾਂ। ਸਿਰਫ ਉਹ ਕੁੜੀ ਹੀ ਨਹੀਂ, ਮੇਰੀ ਭਾਬੀ ਮੈਨੂੰ ਹੁਣ ਇਸ ਖੇਲ ਦਾ ਹਿੱਸਾ ਲੱਗਣ ਲੱਗੀ ਸੀ। ਹੁਣ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹਨਾਂ ਦੋਨਾਂ ਭੈਣਾਂ ਦਾ ਕੀ ਮਕਸਦ ਸੀ। ਉਹ ਆਪਣੀ ਭੈਣ ਨੂੰ ਸਮਝਾ ਵੀ ਸਕਦੀ ਸੀ ਕਿ ਨਵੇਂ ਵਿਆਹੇ ਜੋੜੇ ਦੀ ਆਪਣੀ ਵੀ ਕੋਈ ਪ੍ਰਾਈਵੇਸੀ ਹੁੰਦੀ ਹੈ, ਪਰ ਆਪਣੀ ਭੈਣ ਨੂੰ ਸਮਝਾਉਣ ਦੀ ਬਜਾਏ ਉਹ ਉਸ ਨੂੰ ਸਹਿ ਦੇ ਰਹੀ ਸੀ। ਸ਼ੁਰੂ ਵਿੱਚ ਮੈਨੂੰ ਲੱਗਿਆ ਕਿ ਦਾਲ ਵਿੱਚ ਕੁਝ ਕਾਲਾ ਹੈ, ਪਰ ਇੱਥੇ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਪੂਰੀ ਦੀ ਪੂਰੀ ਦਾਲ ਹੀ ਕਾਲੀ ਹੈ। ਇੱਕ ਦਿਨ ਮੈਂ ਉਸ ਨੂੰ ਇਕੱਲੀ ਜਾਂਦੀ ਨੂੰ ਦੇਖ ਲਿਆ। ਉਹ ਤੇਜ਼-ਤੇਜ਼ ਤੁਰਦੀ ਹੋਈ ਬਾਹਰ ਬਗੀਚੇ ਵੱਲ ਜਾ ਰਹੀ ਸੀ ਕਿ ਮੈਂ ਉਸ ਦੀ ਬਾਂਹ ਫੜ ਲਈ। ਉਸਨੇ ਮੈਨੂੰ ਕਿਹਾ ਕਿ ਕੀ ਬਦਤਮੀਜ਼ੀ ਹੈ ਇਹ, ਤੁਹਾਨੂੰ ਤਮੀਜ਼ ਨਹੀਂ ਹੈ। ਤਾਂ ਮੈਂ ਕਿਹਾ ਕਿ ਬਦਤਮੀਜ਼ੀ ਤਾਂ ਹਾਲੇ ਮੈਂ ਕੀਤੀ ਹੀ ਨਹੀਂ। ਜਿਸ ਦਿਨ ਮੈਂ ਤੇਰੀ ਅਸਲੀਅਤ ਆਪਣੇ ਘਰ ਵਾਲਿਆਂ ਦੇ ਸਾਹਮਣੇ ਰੱਖ ਦਿੱਤੀ, ਉਸ ਦਿਨ ਤੈਨੂੰ ਪਤਾ ਚੱਲੇਗਾ ਕਿ ਬਦਤਮੀਜ਼ੀ ਕੀ ਹੁੰਦੀ ਹੈ। ਮੈਂ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ। ਉਸਨੇ ਇੱਕਦਮ ਆਪਣਾ ਹੱਥ ਛੁਡਵਾਇਆ ਅਤੇ ਇਹ ਕਹਿੰਦੇ ਹੋਏ ਉੱਥੋਂ ਚਲੀ ਗਈ ਕਿ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ। ਉਸਦੀ ਇਹ ਗੱਲ ਸੁਣ ਕੇ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ। ਮੈਂ ਤਾਂ ਬਸ ਹਵਾ ਵਿੱਚ ਤੀਰ ਚਲਾਇਆ ਸੀ ਕਿ ਉਸ ਨੂੰ ਇਸ ਤਰ੍ਹਾਂ ਕਹਿ ਕੇ ਦੇਖਦਾ ਹਾਂ ਕਿ ਅੱਗੇ ਤੋਂ ਕੀ ਜਵਾਬ ਆਉਂਦਾ ਹੈ। ਮੇਰਾ ਤੀਰ ਸਿੱਧਾ ਨਿਸ਼ਾਨੇ ਤੇ ਜਾ ਕੇ ਲੱਗਿਆ ਸੀ। ਮਤਲਬ ਮੈਂ ਉਸਦੇ ਬਾਰੇ ਵਿੱਚ ਜੋ ਵੀ ਸੋਚ ਰਿਹਾ ਸੀ ਉਹ ਬਿਲਕੁਲ ਠੀਕ ਸੀ। ਹੁਣ ਉਸਦੀ ਅਤੇ ਉਸਦੇ ਭੈਣ ਦੀ ਅਸਲੀਅਤ ਮੈਨੂੰ ਆਪਣੇ ਘਰ ਵਾਲਿਆਂ ਦੇ ਸਾਹਮਣੇ ਲਿਆਉਣੀ ਸੀ। ਮੈਂ ਫਿਰ ਪਲਾਨ ਬਣਾਉਣ ਲੱਗਿਆ। ਆਪਣੇ ਦਿਮਾਗ ਵਿੱਚ ਸਾਰੀ ਪਲਾਨਿੰਗ ਕਰਨ ਤੋਂ ਬਾਅਦ ਮੈਂ ਉਸੇ ਤਰ੍ਹਾਂ ਕਰਨ ਲੱਗਿਆ ਜਿਵੇਂ ਮੈਂ ਸੋਚਿਆ ਸੀ। ਜਦੋਂ ਉਹ ਲੋਕ ਸ਼ਾਮ ਨੂੰ ਘੁੰਮਣ ਗਏ ਤਾਂ ਮੈਂ ਵੀਰੇ ਦੇ ਕਮਰੇ ਵਿੱਚ ਆ ਗਿਆ। ਮੈਂ ਖਿੜਕੀ ਨੂੰ ਇਸ ਤਰ੍ਹਾਂ ਖੋਲ੍ਹ ਦਿੱਤਾ ਸੀ ਕਿ ਦੇਖਣ ਵਾਲੇ ਨੂੰ ਲੱਗੇ ਕਿ ਉਹ ਬੰਦ ਹੈ, ਅਤੇ ਪਰਦਾ ਲਗਾ ਦਿੱਤਾ। ਹੁਣ ਮੈਂ ਬਾਹਰ ਤੋਂ ਆਸਾਨੀ ਨਾਲ ਖਿੜਕੀ ਨੂੰ ਖੋਲ੍ਹ ਸਕਦਾ ਸੀ। ਉਹ ਰਾਤੀ ਦੇਰ ਨਾਲ ਘਰ ਵਾਪਸ ਆਏ ਅਤੇ ਆਉਂਦਿਆਂ ਹੀ ਕਮਰੇ ਵਿੱਚ ਚਲੇ ਗਏ। ਮੈਂ ਘਰ ਦੀਆਂ ਲਾਈਟਾਂ ਬੰਦ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਤਾਂ ਜੋ ਸਾਰੇ ਘਰ ਵਾਲੇ ਸੋ ਜਾਣ। ਰਾਤ 12 ਵਜੇ ਤੱਕ ਸਭ ਸੋ ਚੁੱਕੇ ਸਨ। ਮੈਂ ਹੌਲੀ-ਹੌਲੀ ਚੱਲਦਾ ਹੋਇਆ ਬਗੀਚੇ ਵਿੱਚ ਆਇਆ। ਬਗੀਚੇ ਵਿੱਚ ਜਲਣ ਵਾਲਾ ਬੱਲਬ ਮੈਂ ਸਵੇਰੇ ਹੀ ਬੰਦ ਕਰ ਦਿੱਤਾ ਸੀ। ਮੈਂ ਇਹਨਾਂ ਦੋਵਾਂ ਭੈਣਾਂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ। ਮੈਂ ਦੇਖਿਆ ਕਿ ਭਾਈ ਦੇ ਕਮਰੇ ਦੀ ਲਾਈਟ ਜੋ ਪਹਿਲਾਂ ਬੰਦ ਸੀ, ਅਚਾਨਕ ਰਾਤ 1 ਵਜੇ ਫਿਰ ਜਗ ਗਈ। ਮੈਂ ਸੋਚਿਆ ਕਿ ਇਹੀ ਮੌਕਾ ਹੈ। ਮੈਂ ਹੌਲੀ-ਹੌਲੀ ਖਿੜਕੀ ਖੋਲ੍ਹੀ ਅਤੇ ਥੋੜ੍ਹਾ ਜਿਹਾ ਪਰਦਾ ਸਰਕਾ ਕੇ ਦੇਖਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਤਾਂ ਜਿਸਮ ਵਿੱਚੋਂ ਜਿਵੇਂ ਰੂਹ ਹੀ ਨਿਕਲ ਗਈ ਹੋਵੇ। ਇਹ ਦੋਨੋਂ ਭੈਣਾਂ ਮੇਰੇ ਭਾਈ ਨਾਲ ਕੀ ਕਰ ਰਹੀਆਂ ਸਨ, ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ। ਭਾਬੀ ਤਾਂ ਮੇਰੇ ਭਾਈ ਦੀ ਪਤਨੀ ਸੀ, ਪਰ ਰੀਨਾ ਤਾਂ ਸਾਲੀ ਸੀ। ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਜੋ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਰੰਗੇ ਹੱਥੀਂ ਫੜ ਕੇ ਘਰ ਵਾਲਿਆਂ ਨੂੰ ਦਿਖਾ ਸਕਾਂ, ਕਿਉਂਕਿ ਮੈਂ ਜਾਣਦਾ ਸੀ ਕਿ ਮੇਰੇ ਮਾਂ-ਬਾਪ, ਮੇਰੇ ਭੈਣ ਭਾਈ, ਕੋਈ ਵੀ ਮੇਰਾ ਯਕੀਨ ਨਹੀਂ ਕਰੇਗਾ। ਉਹ ਸਭ ਬਹੁਤ ਮਾਸੂਮ ਹਨ, ਉਹ ਸਭ ਬਹੁਤ ਚੰਗੇ ਹਨ, ਇਸ ਲਈ ਦੂਜਿਆਂ ਨੂੰ ਵੀ ਚੰਗਾ ਸਮਝਦੇ ਹਨ। ਪਰ ਮੈਂ ਥੋੜ੍ਹਾ ਜਿਹਾ ਅਲੱਗ ਮਾਹੌਲ ਵਿੱਚ ਪਲਿਆ ਸੀ। ਬਚਪਨ ਤੋਂ ਹੋਸਟਲ ਵਿੱਚ ਰਿਹਾ ਸੀ। ਉੱਥੇ ਰਹਿ ਕੇ ਮੈਂ ਚਲਾਕੀਆਂ ਸਿੱਖ ਲਈਆਂ ਸਨ ਜੋ ਕਿ ਮੇਰੇ ਘਰ ਵਾਲਿਆਂ ਨੂੰ ਨਹੀਂ ਆਉਂਦੀਆਂ ਸਨ। ਮੈਂ ਨਾ ਸਿਰਫ ਚਲਾਕੀ ਸਿੱਖੀ ਸੀ, ਬਲਕਿ ਚਲਾਕ ਇਨਸਾਨਾਂ ਨੂੰ ਪਹਿਚਾਨਣਾ ਵੀ ਸਿੱਖ ਲਿਆ ਸੀ। ਮੈਂ ਜਿਵੇਂ ਹੀ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਦੇਖਿਆ ਮੇਰਾ ਮੋਬਾਈਲ ਤਾਂ ਹੈ ਹੀ ਨਹੀਂ। ਮੈਂ ਆਪਣਾ ਮੋਬਾਈਲ ਆਪਣੇ ਕਮਰੇ ਵਿੱਚ ਭੁੱਲ ਆਇਆ ਸੀ। ਇੱਕਦਮ ਮੈਂ ਆਪਣੇ ਕਮਰੇ ਵੱਲ ਗਿਆ ਅਤੇ ਮੋਬਾਈਲ ਚੁੱਕਿਆ, ਪਰ ਜਦੋਂ ਮੈਂ ਵਾਪਸ ਆਇਆ ਤਾਂ ਨਜ਼ਾਰਾ ਬਦਲ ਚੁੱਕਿਆ ਸੀ। ਉਹਨਾਂ ਦੋਨਾਂ ਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਸੀ। ਹਰ ਪਾਸੇ ਹਨੇਰਾ ਹੀ ਹਨੇਰਾ ਸੀ, ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਮੈਨੂੰ ਆਪਣੇ ਭਾਈ ਦੀ ਚਿੰਤਾ ਹੋਣ ਲੱਗੀ ਸੀ। ਮੈਂ ਸੋਚਿਆ ਕਿ ਮੈਂ ਦੂਜੀ ਵਾਰ ਕੋਈ ਗਲਤੀ ਨਹੀਂ ਕਰਾਂਗਾ। ਕੱਲ੍ਹ ਨੂੰ ਮੈਂ ਉਹਨਾਂ ਨੂੰ ਰੰਗੇ ਹੱਥੀਂ ਫੜ ਕੇ ਰਹਾਂਗਾ, ਪਰ ਇਸ ਤੋਂ ਪਹਿਲਾਂ ਮੈਂ ਕੁਝ ਕਰਦਾ ਰੀਨਾ ਸਮਝ ਚੁੱਕੀ ਸੀ ਕਿ ਮੈਂ ਕੀ ਕਰਨ ਵਾਲਾ ਹਾਂ। ਇਸ ਲਈ ਉਸਨੇ ਅਜਿਹਾ ਰੌਲਾ ਪਾਇਆ ਕਿ ਮੇਰੇ ਹੀ ਘਰ ਵਾਲਿਆਂ ਦੀਆਂ ਨਜ਼ਰਾਂ 'ਚ ਮੈਨੂੰ ਹੀ ਬੇਇੱਜ਼ਤ ਕਰਨਾ ਚਾਹਿਆ। ਇਸ ਤੋਂ ਪਹਿਲਾਂ ਕਿ ਮੈਂ ਭਾਈ ਦੇ ਕਮਰੇ ਵਿੱਚ ਜਾਂਦਾ, ਉਹ ਮੇਰੇ ਕਮਰੇ ਵਿੱਚ ਆ ਗਈ। ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਮੈਂ ਲੌਕ ਨਹੀਂ ਕਰਦਾ ਸੀ। ਉਹ ਅਚਾਨਕ ਅੰਦਰ ਆਈ ਅਤੇ ਦਰਵਾਜ਼ਾ ਬੰਦ ਕਰ ਦਿੱਤਾ।
ਉਸ ਨੂੰ ਦੇਖ ਕੇ ਇਹ ਮੈਂ ਸਮਝ ਗਿਆ ਸੀ ਕਿ ਉਹ ਗਲਤ ਇਰਾਦੇ ਨਾਲ ਆਈ ਹੈ। ਮੈਨੂੰ ਦੇਖ ਕੇ ਉਸਨੇ ਕਿਹਾ ਕਿ ਤੂੰ ਖਿੜਕੀ ਵਿੱਚੋਂ ਸਾਡੀ ਵੀਡੀਓ ਬਣਾਉਣਾ ਚਾਹੁੰਦਾ ਸੀ, ਤੈਨੂੰ ਕੀ ਲੱਗਦਾ ਹੈ ਮੈਂ ਤੈਨੂੰ ਨਹੀਂ ਦੇਖ ਰਹੀ ਸੀ। ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੋ ਗਿਆ। ਇਸ ਦਾ ਮਤਲਬ ਉਸਨੇ ਮੈਨੂੰ ਦੇਖ ਲਿਆ ਸੀ। ਉਹ ਮੇਰੀ ਸੋਚ ਤੋਂ ਵੀ ਜ਼ਿਆਦਾ ਚਲਾਕ ਕੁੜੀ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਕਮਰੇ ਤੋਂ ਬਾਹਰ ਨਿਕਲ ਜਾ। ਉਸਨੇ ਕਿਹਾ ਕਿ ਇਸ ਤਰ੍ਹਾਂ ਤਾਂ ਨਹੀਂ ਜਾਵਾਂਗੀ। ਉਸਨੇ ਆਪਣੀ ਸੱਜੀ ਬਾਂਹ 'ਤੇ ਹੱਥ ਰੱਖਿਆ ਅਤੇ ਆਪਣੀ ਕਮੀਜ਼ ਫਾੜ ਲਈ। ਇਸ ਤੋਂ ਬਾਅਦ ਆਪਣੇ ਵਾਲਾਂ ਦਾ ਜੂੜਾ ਖੋਲ੍ਹ ਕੇ ਸਾਰੇ ਵਾਲ ਖਿੰਡਾ ਲਏ ਅਤੇ ਫਿਰ ਜ਼ੋਰ-ਜ਼ੋਰ ਨਾਲ ਚੀਕਣਾ ਸ਼ੁਰੂ ਕਰ ਦਿੱਤਾ, ਬਚਾਓ ਮੈਨੂੰ ਬਚਾਓ। ਉਸ ਦੀ ਇਸ ਹਰਕਤ 'ਤੇ ਮੈਂ ਹੈਰਾਨ ਹੋ ਗਿਆ। ਮੈਨੂੰ ਉਸ ਤੋਂ ਇਸ ਤਰ੍ਹਾਂ ਦੀ ਉਮੀਦ ਬਿਲਕੁਲ ਵੀ ਨਹੀਂ ਸੀ, ਪਰ ਉਹ ਮੈਨੂੰ ਜਾਣਦੀ ਨਹੀਂ ਸੀ। ਜੇਕਰ ਉਹ ਚਲਾਕ ਸੀ ਤਾਂ ਮੈਂ ਉਸ ਦੀ ਸੋਚ ਤੋਂ 10 ਕਦਮ ਅੱਗੇ ਸੀ। ਉਸ ਦੀਆਂ ਚੀਕਾਂ ਸੁਣ ਕੇ ਸਾਰੇ ਘਰ ਵਾਲੇ ਆ ਗਏ। ਸਾਰੇ ਘਰ ਵਾਲਿਆਂ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਮੈਂ ਉਸ ਦੀ ਇੱਜ਼ਤ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰੇ ਮਾਸੂਮ ਘਰ ਵਾਲਿਆਂ ਨੇ ਇੱਕਦਮ ਉਸ ਰੋਂਦੀ ਹੋਈ ਕੁੜੀ ਦੀ ਗੱਲ ਦਾ ਯਕੀਨ ਕਰ ਲਿਆ। ਮੇਰੇ ਘਰ ਵਾਲੇ ਮੇਰੇ 'ਤੇ ਗੁੱਸਾ ਹੋਣ ਲੱਗੇ ਅਤੇ ਮੇਰੇ ਭਾਈ ਨੇ ਤਾਂ ਮੈਨੂੰ ਮਾਰਨਾ ਹੀ ਸ਼ੁਰੂ ਕਰ ਦਿੱਤਾ, ਪਰ ਫਿਰ ਮੇਰੇ ਪਾਪਾ ਨੇ ਰੋਕ ਲਿਆ। ਮੇਰੇ ਪਾਪਾ ਨੇ ਕਿਹਾ ਕਿ ਮੈਂ ਇਸ ਘਰ ਵਿੱਚੋਂ ਨਿਕਲ ਜਾਵਾਂ। ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਇੱਕ ਅਨਾਥ ਕੁੜੀ ਦੀ ਇੱਜ਼ਤ 'ਤੇ ਹੱਥ ਪਾਵੇਗਾ। ਇਸ ਕੁੜੀ ਦੇ ਰਹਿਣ ਲਈ ਜਗ੍ਹਾ ਨਹੀਂ ਸੀ, ਇਸ ਲਈ ਅਸੀਂ ਇਸ ਨੂੰ ਘਰ ਵਿੱਚ ਜਗ੍ਹਾ ਦਿੱਤੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਉਸ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕਰੇ। ਮੇਰੇ ਦੂਜੇ ਮੁੰਡੇ ਤਾਂ ਇਸ ਤਰ੍ਹਾਂ ਦੇ ਨਹੀਂ ਹਨ, ਪਰ ਸ਼ਾਇਦ ਤੂੰ ਕਾਲਜ ਵਿੱਚ ਰਹਿ ਕੇ ਇਹ ਸਭ ਸਿੱਖ ਲਿਆ ਹੈ। ਪਾਪਾ ਦੀ ਗੱਲ ਸੁਣ ਕੇ ਮੈਨੂੰ ਦੁੱਖ ਹੋਇਆ ਸੀ। ਹੁਣ ਮੈਨੂੰ ਵੀ ਇਹ ਮਾਮਲਾ ਸੰਭਾਲਣਾ ਸੀ। ਮੈਂ ਪੂਰੀ ਤਰ੍ਹਾਂ ਨਾਲ ਫਸ ਚੁੱਕਿਆ ਸੀ, ਪਰ ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨਾ ਹੈ। ਮੈਂ ਕਿਹਾ ਠੀਕ ਹੈ, ਤੁਹਾਨੂੰ ਜੇਕਰ ਮੇਰਾ ਯਕੀਨ ਨਹੀਂ ਕਰਨਾ ਹੈ ਤਾਂ ਨਾ ਕਰੋ, ਪਰ ਇੱਕ ਵਾਰ ਮੈਨੂੰ ਜੱਸੀ ਵੀਰੇ ਦੇ ਕਮਰੇ ਦੀ ਤਲਾਸ਼ੀ ਲੈਣ ਦਿਓ, ਬਲਕਿ ਤੁਸੀਂ ਸਾਰੇ ਮੇਰੇ ਨਾਲ ਚੱਲੋ। ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਮੈਂ ਆਪ ਹੀ ਘਰ ਛੱਡ ਕੇ ਚਲਾ ਜਾਵਾਂਗਾ। ਇੰਨਾ ਤਾਂ ਮੈਂ ਸਮਝ ਗਿਆ ਸੀ ਉਹ ਸਾਰੇ ਸਬੂਤ ਮਿਟਾ ਚੁੱਕੀ ਹੋਵੇਗੀ, ਪਰ ਚੋਰ ਭਾਵੇਂ ਕਿੰਨਾ ਵੀ ਸ਼ਾਤਰ ਕਿਉਂ ਨਾ ਹੋਵੇ, ਕੋਈ ਨਾ ਕੋਈ ਗਲਤੀ ਜ਼ਰੂਰ ਕਰਦਾ ਹੈ। ਮੈਂ ਵੀ ਉਹਨਾਂ ਦੀ ਇਸੇ ਇੱਕ ਗਲਤੀ ਨੂੰ ਫੜਨ ਲਈ ਸਾਰੇ ਘਰ ਵਾਲਿਆਂ ਨੂੰ ਵੀਰੇ ਦੇ ਕਮਰੇ ਵਿੱਚ ਲੈ ਆਇਆ। ਰੀਨਾ ਤੇ ਭਾਬੀ ਦੋਨਾਂ ਨੂੰ ਯਕੀਨ ਸੀ ਕਿ ਉਹਨਾਂ ਨੇ ਸਭ ਕੁਝ ਠੀਕ ਕਰ ਦਿੱਤਾ ਸੀ, ਪਰ ਇੱਕ ਗਲਤੀ ਜੋ ਉਹਨਾਂ ਤੋਂ ਹੋਈ ਸੀ ਜਿਸ ਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ, ਅਤੇ ਉਹ ਗਲਤੀ ਮੈਂ ਫੜ ਲਈ ਸੀ। ਮੈਂ ਵੀਰੇ ਨੂੰ ਕਿਹਾ ਕਿ ਵੀਰੇ, ਰਾਤ ਨੂੰ ਇਹ ਦੋਵੇਂ ਤੁਹਾਨੂੰ ਬੇਹੋਸ਼ ਕਰਦੀਆਂ ਹਨ ਅਤੇ ਘਰ ਵਿੱਚ ਜਿੰਨਾ ਕੀਮਤੀ ਸਮਾਨ ਹੈ, ਗਹਿਣੇ ਪੈਸੇ ਵਗੈਰਾ, ਇੱਕ ਬੈਗ ਵਿੱਚ ਪਾ ਰੱਖਿਆ ਹੈ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਤੁਹਾਨੂੰ ਬੇਹੋਸ਼ ਕਰਨ ਤੋਂ ਬਾਅਦ ਇਹ ਸਾਰਾ ਸਮਾਨ ਬੈਗ ਵਿੱਚ ਪਾ ਰਹੀਆਂ ਸਨ, ਪਰ ਮੈਂ ਇਹਨਾਂ ਨੂੰ ਦੇਖ ਲਿਆ ਸੀ, ਇਸ ਲਈ ਇਹਨਾਂ ਨੇ ਸਬੂਤ ਮਿਟਾ ਦਿੱਤੇ। ਵੀਰੇ ਨੇ ਕਿਹਾ ਕਿ ਮੈਨੂੰ ਤੇਰੀ ਗੱਲ 'ਤੇ ਭਰੋਸਾ ਨਹੀਂ ਹੈ, ਅਜਿਹਾ ਕੁਝ ਨਹੀਂ ਹੈ। ਮੈਂ ਬੈੱਡ ਦੇ ਥੱਲਿਓਂ ਕੱਪੜਾ ਚੱਕਿਆ ਅਤੇ ਨਾਲ ਹੀ ਉਹ ਬੇਹੋਸ਼ੀ ਦੀ ਦਵਾਈ ਵੀ ਚੁੱਕ ਲਈ ਅਤੇ ਘਰ ਵਾਲਿਆਂ ਨੂੰ ਦਿਖਾਈ, ਜਿਸ ਨੂੰ ਦੇਖ ਕੇ ਉਹਨਾਂ ਦਾ ਰੰਗ ਫਿੱਕਾ ਪੈ ਗਿਆ। ਇਹੀ ਉਹ ਗਲਤੀ ਸੀ ਜੋ ਉਹਨਾਂ ਦੋਨਾਂ ਭੈਣਾਂ ਨੇ ਕੀਤੀ ਸੀ। ਵੀਰੇ ਨੂੰ ਬੇਹੋਸ਼ ਕਰਨ ਤੋਂ ਬਾਅਦ ਉਹਨਾਂ ਨੇ ਇਹ ਸਭ ਕੁਝ ਬੈੱਡ ਦੇ ਨੀਚੇ ਸੁੱਟ ਦਿੱਤਾ ਸੀ ਅਤੇ ਮੈਨੂੰ ਪੂਰਾ ਯਕੀਨ ਸੀ ਕਿ ਉਹਨਾਂ ਨੂੰ ਇਹ ਸਬੂਤ ਮਿਟਾਉਣਾ ਯਾਦ ਨਹੀਂ ਆਇਆ ਹੋਵੇਗਾ। ਥੋੜ੍ਹੀ ਦੇਰ ਬਾਅਦ ਮੇਰੀ ਵੱਡੀ ਭਾਬੀ ਕਮਰੇ ਵਿੱਚ ਆਈ ਅਤੇ ਕਹਿਣ ਲੱਗੀ ਕਿ ਮੇਰੇ ਸਾਰੇ ਗਹਿਣੇ ਗੁੰਮ ਹਨ। ਮੈਂ ਕਿਹਾ ਉਹ ਸਾਰੇ ਗਹਿਣੇ ਇਹਨਾਂ ਦੋਵਾਂ ਭੈਣਾਂ ਕੋਲ ਹਨ, ਯਕੀਨ ਨਹੀਂ ਆਉਂਦਾ ਤਾਂ ਤਲਾਸ਼ੀ ਲੈ ਲਵੋ। ਕਾਫੀ ਤਲਾਸ਼ੀ ਲੈਣ ਤੋਂ ਬਾਅਦ ਵੀ ਘਰ ਵਾਲਿਆਂ ਨੂੰ ਕੁਝ ਨਾ ਮਿਲਿਆ। ਫਿਰ ਮੈਂ ਕਿਹਾ ਕਿ ਘਰ ਵਿੱਚ ਜੋ ਪੈਸੇ ਰੱਖੇ ਹਨ ਉਹ ਵੀ ਦੇਖ ਲਓ। ਫਿਰ ਮੇਰੇ ਪਾਪਾ ਨੇ ਜਿੱਥੇ ਪੈਸੇ ਰੱਖੇ ਸਨ ਉੱਥੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ। ਫਿਰ ਮੈਂ ਦੱਸਿਆ ਕਿ ਇਹ ਸਭ ਕੁਝ ਇਹਨਾਂ ਦੋਨਾਂ ਭੈਣਾਂ ਨੇ ਹੀ ਕੀਤਾ ਹੈ। ਰਾਤੋਂ ਰਾਤ ਇਹਨਾਂ ਨੇ ਪੈਸੇ ਕਿਤੇ ਗਾਇਬ ਕਰ ਦਿੱਤੇ ਹਨ। ਜਦੋਂ ਗਹਿਣੇ ਅਤੇ ਪੈਸੇ ਘਰ ਵਾਲਿਆਂ ਨੂੰ ਨਹੀਂ ਮਿਲੇ ਤਾਂ ਉਹਨਾਂ ਨੂੰ ਵੀ ਸ਼ੱਕ ਹੋ ਗਿਆ। ਮੈਂ ਘਰ ਵਾਲੇ ਨੂੰ ਕਿਹਾ ਕਿ ਕੱਲ੍ਹ ਰਾਤ ਮੈਂ ਇਹਨਾਂ ਦੋਵਾਂ ਨੂੰ ਇਹ ਕਾਰਵਾਈ ਕਰਦੇ ਹੋਏ ਦੇਖ ਲਿਆ ਸੀ, ਜਿਸ ਦੇ ਬਦਲੇ ਵਿੱਚ ਰੀਨਾ ਮੇਰੇ ਉੱਪਰ ਇਹ ਇਲਜ਼ਾਮ ਲਗਾ ਕੇ ਮੈਨੂੰ ਘਰ ਵਿੱਚੋਂ ਕਢਵਾਉਣਾ ਚਾਹੁੰਦੀ ਹੈ। ਰਿਸ਼ਤਾ ਕਰਦੇ ਹੋਏ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਤੁਸੀਂ ਕਿਹਨਾਂ ਲੋਕਾਂ ਨਾਲ ਰਿਸ਼ਤਾ ਕਰ ਰਹੇ ਹੋ, ਨਾ ਜਾਣ ਨਾ ਪਹਿਚਾਣ। ਤੁਸੀਂ ਸੋਹਣੀ ਸੁਨੱਖੀ ਕੁੜੀ ਦੇਖ ਕੇ ਵਿਆਹ ਕਰ ਲਿਆ। ਮੇਰੀ ਮੰਮੀ ਨੇ ਵੀ ਤਲਾਸ਼ੀ ਲਈ, ਘਰ ਵਿੱਚ ਨਾ ਕੋਈ ਗਹਿਣਾ ਸੀ ਨਾ ਹੀ ਪੈਸਾ, ਤਾਂ ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ। ਮੇਰੇ ਵੀਰੇ ਨੇ ਕਿਹਾ ਕਿ ਸਭ ਕੁਝ ਵਾਪਸ ਕਰ ਦਿਓ, ਨਹੀਂ ਤਾਂ ਪੁਲਿਸ ਨੂੰ ਫੋਨ ਕਰਕੇ ਦੋਨਾਂ ਭੈਣਾਂ ਨੂੰ ਪੁਲਿਸ ਦੇ ਹਵਾਲੇ ਕਰਦਾ ਹਾਂ। ਜਦੋਂ ਇਹਨਾਂ ਦੋਨਾਂ ਭੈਣਾਂ ਨੇ ਵੇਖਿਆ ਕਿ ਹੁਣ ਉਹ ਫਸ ਚੁੱਕੀਆਂ ਹਨ ਤਾਂ ਰੀਨਾ ਨੇ ਫੌਰਨ ਮੇਰੀ ਮੰਮੀ ਦੇ ਪੈਰ ਫੜ ਕੇ ਮਾਫੀ ਮੰਗੀ ਅਤੇ ਕਿਹਾ ਕਿ ਇਹ ਸਭ ਕੁਝ ਕਰਨ ਲਈ ਉਸਨੂੰ ਭਾਬੀ ਨੇ ਉਕਸਾਇਆ ਸੀ। ਰੀਨਾ ਰੋਂਦੇ ਹੋਏ ਮਾਫੀ ਮੰਗ ਰਹੀ ਸੀ, ਪਰ ਉਹ ਹਲੇ ਵੀ ਨਾਟਕ ਹੀ ਕਰ ਰਹੀ ਸੀ ਅਤੇ ਮੇਰੀ ਭਾਬੀ ਫਟੀਆਂ ਅੱਖਾਂ ਨਾਲ ਆਪਣੀ ਛੋਟੀ ਭੈਣ ਨੂੰ ਦੇਖ ਰਹੀ ਸੀ ਕਿ ਜਿਸ ਨੇ ਸਾਰਾ ਜੁਰਮ ਆਪਣੀ ਭੈਣ ਦੇ ਸਿਰ ਤੇ ਪਾ ਦਿੱਤਾ। ਖੈਰ ਜੋ ਵੀ ਸੀ, ਸੱਚ ਸਭ ਦੇ ਸਾਹਮਣੇ ਆ ਚੁੱਕਿਆ ਸੀ। ਮੇਰੀ ਭਾਬੀ ਅਤੇ ਰੀਨਾ ਦੇ ਮਾਮੇ ਦਾ ਇੱਕ ਕ੍ਰਿਮੀਨਲ ਗੈਂਗ ਸੀ
ਅਤੇ ਜਗ੍ਹਾ ਜਗ੍ਹਾ ਉਹਨਾਂ ਦੋਵੇਂ ਭੈਣਾਂ ਨੂੰ ਵਿਆਹ ਦੇ ਬਹਾਨੇ ਨਾਲ ਭੇਜ ਕੇ ਲੁੱਟ ਕਰਵਾਉਂਦਾ ਹੈ ਅਤੇ ਸਾਡੇ ਵਰਗੇ ਸ਼ਰੀਫ ਲੋਕਾਂ ਨੂੰ ਇਹ ਲੋਕ ਬੇਵਕੂਫ ਬਣਾ ਕੇ ਪਹਿਲਾਂ ਵਿਆਹ ਦਾ ਡਰਾਮਾ ਕਰਦੇ ਹਨ ਤੇ ਫਿਰ ਚੋਰੀ ਕਰਕੇ ਉੱਥੋਂ ਭੱਜ ਜਾਂਦੇ ਹਨ। ਮੇਰੇ ਘਰ ਵਾਲਿਆਂ ਨੇ ਪੁਲਿਸ ਨੂੰ ਖਬਰ ਦੇ ਦਿੱਤੀ ਸੀ। ਰੀਨਾ, ਭਾਬੀ ਅਤੇ ਉਸਦੇ ਮਾਮੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੇ ਆਪਣਾ ਜੁਰਮ ਮੰਨ ਲਿਆ। ਅੱਜ ਇਸ ਗੱਲ ਨੂੰ 5 ਸਾਲ ਗੁਜ਼ਰ ਚੁੱਕੇ ਹਨ। ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਉਸਨੇ ਸਾਨੂੰ ਇਹਨਾਂ ਲੋਕਾਂ ਤੋਂ ਬਚਾ ਲਿਆ। ਇਹ ਲੋਕ ਸਾਡੀ ਜਾਨ ਵੀ ਲੈ ਸਕਦੇ ਸਨ। ਬਸ ਇਹੀ ਕਹਿਣਾ ਚਾਹਾਂਗਾ ਕਿ ਰਿਸ਼ਤਾ ਕਰਦੇ ਵੇਲੇ ਚੰਗੀ ਤਰ੍ਹਾਂ ਦੇਖਭਾਲ ਕਰ ਲਓ ਤਾਂ ਜੋ ਬਾਅਦ ਵਿੱਚ ਤੁਹਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਗਾਤਾਰ ਦੇਖਣ ਅਤੇ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਤੁਰੰਤ ਪਹੁੰਚ ਜਾਵੇ। ਤੁਹਾਨੂੰ ਮਿਲਦਾ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।